ਸਤਿ ਸ੍ਰੀ ਅਕਾਲ ਬੱਚਿਓ। ਅੱਜ ਬੇਟਾ ਆਪਾਂ ਪੰਜਾਬੀ ਦੇ ਵਿੱਚ ਲੇਖ ਰਚਨਾ ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਾਂਗੇ। ਖੇਡਾਂ ਦੀ ਮਹੱਤਤਾ ਬਾਰੇ ਗੱਲ ਕਰਨ ਤੋਂ ਪਹਿਲਾਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਲੇਖ ਰਚਨਾ ਕੀਤੀ ਕਿਵੇਂ ਜਾਂਦੀ ਹੈ। ਲੇਖ ਰਚਨਾ ਕਰਨ ਲਈ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਬੇਝਿਜਕ ਹੋ ਕੇ ਕਿਸੇ ਵੀ ਵਿਸ਼ੇ ਤੇ ਮੌਲਿਕ ਲੇਖ ਰਚਨਾ ਕਰ ਸਕੀਏ। ਆਪਣੇ ਪੰਜਾਬੀ ਦੇ ਪੇਪਰ ਦੇ ਵਿੱਚ ਲੇਖ ਰਚਨਾ ਇੱਕ ਮਹੱਤਵਪੂਰਨ ਵਿਸ਼ਾ ਹੁੰਦਾ ਹੈ ਬੇਟਾ, ਜਿਸ ਦੇ ਕਾਫੀ ਜ਼ਿਆਦਾ ਨੰਬਰ ਪ੍ਰੀਖਿਆ ਦੇ ਵਿੱਚ ਰੱਖੇ ਹੁੰਦੇ ਆ। ਪਰ ਬਹੁਤੀ ਵਾਰ ਵਿਦਿਆਰਥੀਆਂ ਨੂੰ ਇਹ ਇੱਕ ਖੁਸ਼ਕ ਜਿਹਾ ਵਿਸ਼ਾ ਲੱਗਦਾ ਹੈ ਤੇ ਉਹ ਇਹਦੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ, ਜਦ ਕਿ ਲੇਖ ਰਚਨਾ ਛੋਟੀਆਂ ਜਮਾਤਾਂ ਦੇ ਵਿੱਚ ਹੀ ਤੁਹਾਨੂੰ ਸ਼ੁਰੂ ਕਰਵਾ ਦਿੱਤੀ ਜਾਂਦੀ ਹੈ। ਪ੍ਰਾਇਮਰੀ ਸਕੂਲ ਤੋਂ ਹੀ ਤੁਸੀਂ ਲੇਖ ਰਚਨਾ ਕਰਨੀ ਸਿੱਖ ਜਾਂਦੇ ਹੋ। ਉੱਥੇ ਅਧਿਆਪਕ ਤੁਹਾਨੂੰ ਸੌਖਾ ਸਮਝਾਉਣ ਦੇ ਲਈ ਕਈ ਵਾਰ ਨੰਬਰਾਂ ਦੇ ਵਿੱਚ ਤੁਹਾਨੂੰ ਲੇਖ ਰਚਨਾ ਕਰਨੀ ਸ਼ੁਰੂ ਕਰਾਉਂਦੇ ਹੈ। 1 2 3 ਨੰਬਰ ਪਾ ਕੇ ਤੁਸੀਂ ਪਹਿਲਾਂ 5 ਸਤਰਾਂ ਫਿਰ 10 ਸਤਰਾਂ ਯਾਦ ਕਰਦੇ ਹੋ। ਉਸ ਤੋਂ ਬਾਅਦ ਅਸੀਂ ਪੈਰਿਆਂ ਦੇ ਵਿੱਚ ਇਹ ਲੇਖ ਹੈ ਜਿਹੜਾ ਉਹ ਯਾਦ ਕਰਨਾ ਸ਼ੁਰੂ ਕਰ ਦਿੰਦੇ ਹਾਂ। ਤਾਂ ਬੇਟਾ ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਲੇਖ ਰਚਨਾ ਦੇ ਵਿੱਚ ਉਸੇ ਤਰ੍ਹਾਂ ਦਿਲਚਸਪੀ ਲੈਣੀ ਚਾਹੀਦੀ ਹੈ ਜਿਵੇਂ ਅਸੀਂ ਦੂਸਰੇ ਜਿਹੜੇ ਹੈ ਆਪਣੇ ਟੌਪਿਕ ਉਹ ਪੜ੍ਹਦੇ ਹਾਂ ਪਾਠ ਪੁਸਤਕਾਂ ਦੇ ਵਿੱਚ, ਕਹਾਣੀਆਂ ਜਾਂ ਕਵਿਤਾਵਾਂ ਜਾਂ ਵਿਆਕਰਨ ਦੇ ਵਿੱਚ ਮੁਹਾਵਰੇ। ਕਿਉਂਕਿ ਜਿਸ ਚੀਜ਼ ਬਾਰੇ ਅਸੀਂ ਆਪਣੇ ਮਨ ਦੇ ਵਿੱਚ ਉਹਨੂੰ ਔਖਾ ਮੰਨ ਲੈਂਦੇ ਹਾਂ, ਔਖੀ ਧਾਰਨਾ ਬਣਾ ਲੈਂਦੇ ਹਾਂ, ਫਿਰ ਬਾਅਦ ਦੇ ਵਿੱਚ ਸਾਨੂੰ ਹਮੇਸ਼ਾ ਉਹ ਔਖਾ ਹੀ ਲੱਗਦਾ ਰਹਿੰਦਾ। ਤਾਂ ਇਹ ਕੋਈ ਔਖੀ ਚੀਜ਼ ਨਹੀਂ ਹੈ, ਬਹੁਤ ਸੌਖਾ ਹੈ ਲੇਖ ਰਚਨਾ ਕਰਨਾ। ਬਸ ਉਹਦੇ ਲਈ ਸਾਨੂੰ ਆਪਣਾ ਮਨ ਹੈ ਜਿਹੜਾ ਉਹ ਤਿਆਰ ਕਰ ਲੈਣਾ ਚਾਹੀਦਾ ਹੈ। ਹੋਰ ਕੋਈ ਲੇਖ ਵੀ ਆ ਜਾਂਦਾ ਤਾਂ ਤੁਹਾਨੂੰ ਕੋਈ ਵੀ ਲੇਖ ਲਿਖਣਾ ਔਖਾ ਨਹੀਂ ਲੱਗਣਾ। ਜਿਵੇਂ ਲੇਖ ਹੈ ਜਿਹੜਾ ਉਹ ਸ਼ੁਰੂ ਦੇ ਵਿੱਚ ਹੀ ਬਹੁਤ ਪ੍ਰਭਾਵਸ਼ਾਲੀ ਹੋਣਾ ਚਾਹੀਦਾ। ਵੀ ਸ਼ੁਰੂ ਦੇ ਵਿੱਚ ਜਦੋਂ ਤੁਸੀਂ ਲਿਖੋ ਤਾਂ ਇੰਨੀਆਂ ਵਧੀਆ ਗੱਲਾਂ ਲਿਖੋ, ਪੇਪਰ ਚੈੱਕ ਕਰਨ ਵਾਲਾ ਹੁੰਦਾ ਹੈ ਜਿਹੜਾ, ਉਹਨੂੰ ਸਾਰੇ ਦਾ ਸਾਰਾ ਲੇਖ ਤੁਹਾਡਾ ਧਿਆਨ ਦੇ ਨਾਲ ਪੜ੍ਹਨਾ ਪਵੇ, ਜਾਂ ਉਹਨੂੰ ਇਹ ਪਹਿਲਾਂ ਹੀ ਪਤਾ ਲੱਗ ਜੇ ਕਿ ਬੱਚਾ ਹੈ ਜਿਹੜਾ ਉਹਨੂੰ ਬਹੁਤ ਜਾਣਕਾਰੀ ਹੈ। ਸ਼ੁਰੂ ਦੇ ਵਿੱਚ ਤੁਸੀਂ ਉਹਦੇ ਉੱਤੇ ਪ੍ਰਭਾਵ ਪਾ ਲਿਆ ਬਹੁਤ ਚੰਗਾ। ਜਿਹੜਾ ਉਸ ਤੋਂ ਬਾਅਦ ਵਾਲਾ ਹਿੱਸਾ ਹੁੰਦਾ ਹੈ ਲੇਖ ਦਾ, ਉਸਨੂੰ ਅਸੀਂ ਲੇਖ ਦਾ ਧੜ ਕਹਿ ਦਿੰਦੇ ਹਾਂ। ਲੇਖ ਦਾ ਧੜ ਜਾਂ ਲੇਖ ਦਾ ਮੱਧ, ਇਹਦੇ ਵਿੱਚ ਆਪਾਂ ਖੁੱਲ੍ਹ ਕੇ ਆਪਣੇ ਵਿਚਾਰ ਪੇਸ਼ ਕਰਨੇ ਹੁੰਦੇ ਆ। ਜੋ ਵੀ ਸਾਡੇ ਮਨ ਦੇ ਵਿੱਚ ਵਿਚਾਰ ਹੈ, ਜਿਸ ਵਿਸ਼ੇ ਤੇ ਅਸੀਂ ਲੇਖ ਲਿਖਣਾ ਹੈ, ਉਸ ਦੇ ਬਾਰੇ ਸਾਰੇ ਆਪਣੇ ਮਨ ਦੇ ਵਿਚਾਰ ਅਸੀਂ ਇਸ ਦੇ ਵਿੱਚ ਪ੍ਰਗਟ ਕਰ ਸਕਦੇ ਹਾਂ। ਪਰ ਸਾਡੇ ਵਿਚਾਰ ਹੈ ਜਿਹੜੇ ਉਹ ਖਾਸ ਤਰਤੀਬ ਦੇ ਵਿੱਚ ਹੋਣੇ ਚਾਹੀਦੇ ਹੈ। ਇਹ ਨਹੀਂ ਕਿ ਅਸੀਂ ਇੱਕ ਗੱਲ ਸ਼ੁਰੂ ਕੀਤੀ, ਉਹਦੇ ਬਾਰੇ ਇੱਕ ਪੁਆਇੰਟ ਲਿਖਤਾ, ਫਿਰ ਅਗਲੀ ਸਤਰ ਅਸੀਂ ਕਿਸੇ ਹੋਰ ਗੱਲ ਬਾਰੇ ਲਿਖਤੀ। ਇਸ ਤਰ੍ਹਾਂ ਨਹੀਂ, ਪਹਿਲਾਂ ਦਿਮਾਗ ਦੇ ਵਿੱਚ ਸੋਚਣਾ, ਤਰਤੀਬ ਬਣਾਉਣੀ ਹੈ ਆਪਣੇ ਵਿਚਾਰਾਂ ਦੀ, ਤੇ ਫਿਰ ਉਸ ਤਰਤੀਬ ਨੂੰ ਲੇਖ ਦੇ ਵਿੱਚ ਪੇਸ਼ ਕਰ ਦੇਣਾ। ਜਿਹੜਾ ਅਖੀਰਲਾ ਭਾਗ ਹੁੰਦਾ ਹੈ ਉਸ ਦੇ ਵਿੱਚ ਅਸੀਂ ਆਪਣੇ ਵੱਲੋਂ ਸੰਖੇਪ ਟਿੱਪਣੀ ਦੇਣੀ ਹੁੰਦੀ ਹੈ। ਉੱਪਰ ਅਸੀਂ ਸਾਰਾ ਲੇਖ ਹੈ ਜਿਹੜਾ ਉਹ ਬਿਆਨ ਕਰਤਾ, ਤਾਂ ਅਖੀਰ ਦੇ ਵਿੱਚ ਅਸੀਂ ਆਪਣੇ ਵੱਲੋਂ ਸੰਖੇਪ ਟਿੱਪਣੀ ਜਾਂ ਕਹਿ ਲਓ ਕਿ ਸਾਰੇ ਲੇਖ ਦਾ ਸਾਰ ਹੈ ਜਿਹੜਾ ਉਹ ਦੱਸਣਾ ਹੁੰਦਾ ਹੈ। ਤਾਂ ਕਿਸੇ ਵੀ ਵਿਸ਼ੇ ਬਾਰੇ ਅਸੀਂ ਵਧੀਆ ਸਾਰ ਤਾਂ ਹੀ ਲਿਖ ਸਕਦੇ ਹਾਂ ਜੇਕਰ ਸਾਡੀ ਜਾਣਕਾਰੀ ਕਿਸੇ ਵੀ ਚੀਜ਼ ਬਾਰੇ ਵਧੀਆ ਹੋਵੇ। ਤਾਂ ਵਧੀਆ ਜਾਣਕਾਰੀ ਪ੍ਰਾਪਤ ਕਿਵੇਂ ਕੀਤੀ ਜਾ ਸਕਦੀ ਹੈ? ਅਸੀਂ ਅਖਬਾਰਾਂ ਪੜ੍ਹੀਏ, ਸਾਡੇ ਸਕੂਲ ਦੀ ਲਾਇਬ੍ਰੇਰੀ ਵਿੱਚੋਂ ਲੈ ਕੇ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ, ਤੇ ਟੀਵੀ ਜਦੋਂ ਦੇਖੀਏ ਉਹਦੇ ਤੇ ਕੋਸ਼ਿਸ਼ ਕਰੀਏ ਕਿ ਅਸੀਂ ਵਿਦਿਅਕ ਪ੍ਰੋਗਰਾਮ ਵੱਧ ਤੋਂ ਵੱਧ ਦੇਖੀਏ। ਇਸ ਦੇ ਨਾਲ ਬੇਟਾ ਸਾਡੀ ਭਾਸ਼ਾ ਹੈ ਜਿਹੜੀ ਉਹ ਬਹੁਤ ਸਪਸ਼ਟ ਤੇ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਅਸੀਂ ਆਪਣੇ ਵਿਚਾਰਾਂ ਰਾਹੀਂ, ਭਾਸ਼ਾ ਰਾਹੀਂ ਦੂਸਰੇ ਤੇ ਬਹੁਤ ਵਧੀਆ ਪ੍ਰਭਾਵ ਪਾ ਸਕਦੇ ਹਾਂ। ਇਹ ਕਿਸੇ ਵੀ ਲੇਖ ਰਚਨਾ ਦੇ ਲਈ ਇੱਕ ਮੁੱਢਲੀ ਸ਼ਰਤ ਹੁੰਦੀ ਹੈ। ਤੇ ਸਾਡੀ ਜਿਹੜੀ ਸ਼ਬਦਾਵਲੀ ਹੈ ਲੇਖ ਦੇ ਵਿੱਚ ਉਹ ਸੌਖੀ ਹੋਣੀ ਚਾਹੀਦੀ ਹੈ। ਬਹੁਤੇ ਔਖੇ ਸ਼ਬਦਾਂ ਦੀ ਅਸੀਂ ਵਰਤੋਂ ਨਹੀਂ ਕਰਨੀ।
ਤਾਂ ਹੀ ਸਾਡੀ ਭਾਸ਼ਾ ਹੈ ਜਿਹੜੀ ਉਹ ਸਰਲ ਤੇ ਸਪਸ਼ਟ ਹੋਊਗੀ। ਬਾਕੀ ਅਸੀਂ ਕਦੇ ਵੀ ਜਿਹੜਾ ਲੇਖ ਹੈ ਉਸਨੂੰ ਸਤਰਾਂ ਦੇ ਵਿੱਚ ਨਹੀਂ ਲਿਖਣਾ, 1 2 3 ਪੁਆਇੰਟ ਬਣਾ ਕੇ ਕਦੇ ਨਹੀਂ ਲਿਖਣਾ। ਤਾਂ ਅਸੀਂ ਹਾਈ ਸਕੂਲ ਦੇ ਵਿੱਚ ਹਮੇਸ਼ਾ ਪੈਰਿਆਂ ਦੇ ਵਿੱਚ ਹੀ ਲੇਖ ਲਿਖਦੇ ਹਾਂ। ਜਦੋਂ ਸਾਡਾ ਇੱਕ ਵਿਚਾਰ ਖਤਮ ਹੋ ਜਾਂਦਾ ਹੈ, ਅਸੀਂ ਉੱਥੇ ਇੱਕ ਪੈਰਾ ਖਤਮ ਕਰ ਦਿੰਦੇ ਹਾਂ ਤੇ ਦੂਸਰਾ ਵਿਚਾਰ ਦੂਸਰੇ ਨਵੇਂ ਪੈਰੇ ਤੋਂ ਸ਼ੁਰੂ ਕਰਦੇ ਹਾਂ। ਤਾਂ ਪੈਰਾ ਬਣਾਉਣ ਲੱਗੇ ਵੀ ਅਸੀਂ ਧਿਆਨ ਰੱਖਣਾ ਹੈ ਕਿ ਥੋੜੀ ਜਿਹੀ ਕਾਪੀ ਦੇ ਵਿੱਚ ਅਸੀਂ ਸਤਰ ਛੱਡ ਕੇ ਵਿਚਕਾਰੋਂ ਪੈਰਾ ਸ਼ੁਰੂ ਕਰੀਏ ਤੇ ਹਰ ਇੱਕ ਪੈਰਾ ਉਨੀ ਕੁ ਸਤਰ ਹੈ ਜਿਹੜੀ ਉਹ ਖਾਲੀ ਛੱਡ ਕੇ ਹੀ ਬਣਾਇਆ ਜਾਵੇ। ਤਾਂ ਉਹਦੇ ਨਾਲ ਦੇਖਣ ਵਾਲੇ ਤੇ ਪੜ੍ਹਨ ਵਾਲੇ ਤੇ ਬਹੁਤ ਹੀ ਵਧੀਆ ਪ੍ਰਭਾਵ ਪੈਂਦਾ ਹੈ। ਵਾਕ ਹੈ ਜਿਹੜੀ ਉਹ ਆਪਣੇ ਛੋਟੇ ਛੋਟੇ ਹੋਣੇ ਚਾਹੀਦੇ। ਛੋਟੇ ਵਾਕਾਂ ਵਿੱਚ ਲਿਖਿਆ ਹੋਇਆ ਲੇਖ ਬਹੁਤ ਪ੍ਰਭਾਵਸ਼ਾਲੀ ਬਣਦਾ ਹੈ। ਇਹਦੇ ਵਿੱਚ ਅਸੀਂ ਅਖਾਣ, ਮੁਹਾਵਰੇ ਜਾਂ ਕੋਈ ਗੀਤ ਕਵਿਤਾ ਦੀਆਂ ਛੋਟੀਆਂ ਛੋਟੀਆਂ ਤੁਕਾਂ ਜਾਂ ਕਿਸੇ ਮਹਾਨ ਵਿਅਕਤੀ ਦੇ ਵਿਚਾਰ ਇਹ ਸਾਰੇ ਪੇਸ਼ ਕਰ ਸਕਦੇ ਹਾਂ। ਇਸ ਦੇ ਨਾਲ ਲੇਖ ਰਚਨਾ ਦਾ ਮਹੱਤਵ ਬਹੁਤ ਹੀ ਵੱਧ ਜਾਂਦਾ ਹੈ। ਤਾਂ ਸ਼ਬਦ ਜੋੜਾਂ ਵੱਲ ਸਾਨੂੰ ਲੇਖ ਰਚਨਾ ਸਮੇਂ ਖਾਸ ਧਿਆਨ ਦੇਣਾ ਚਾਹੀਦਾ ਹੈ। ਸ਼ਬਦ ਜੋੜਾਂ ਦੀ ਗਲਤੀਆਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਤਾਂ ਇਹ ਗਲਤੀਆਂ ਸੁਧਾਰਨ ਦੇ ਲਈ ਸਭ ਤੋਂ ਵਧੀਆ ਤਰੀਕਾ ਇਹ ਹੈ ਕਿ ਹਫ਼ਤੇ ਦੇ ਵਿੱਚ ਘੱਟੋ ਘੱਟ ਇੱਕ ਵਾਰ ਅਸੀਂ ਲੇਖ ਰਚਨਾ ਜ਼ਰੂਰ ਕਰਕੇ ਦੇਖੀਏ। ਆਪਦੇ ਵੱਲੋਂ ਕਾਪੀ ਤੇ 3-4 ਸਫ਼ੇ ਹੈ ਜਿਹੜੇ ਉਹ ਆਪਣੇ ਵਿਚਾਰਾਂ ਦੇ ਜ਼ਰੂਰ ਲਿਖੀਏ। ਤਾਂ ਹੌਲੀ ਹੌਲੀ ਜਦੋਂ ਅਸੀਂ ਅਭਿਆਸ ਕਰਦੇ ਜਾਵਾਂਗੇ ਤਾਂ ਇਹ ਸ਼ਬਦ ਜੋੜਾਂ ਦੀਆਂ ਗਲਤੀਆਂ ਸਾਡੀਆਂ ਘਟਦੀਆਂ ਜਾਣਗੀਆਂ, ਕਿਉਂਕਿ ਗਲਤ ਲਿਖਤ ਹੈ ਜਿਹੜੀ ਉਸਨੂੰ ਕੋਈ ਪਸੰਦ ਨਹੀਂ ਕਰਦਾ। ਲੇਖ ਲਿਖਦੇ ਸਮੇਂ ਬੇਟਾ ਵਿਸ਼ਰਾਮ ਚਿੰਨ੍ਹਾਂ ਦਾ ਵੀ ਧਿਆਨ ਰੱਖਣਾ ਹੈ। ਕਈ ਵਾਰ ਅਸੀਂ ਇਹਨਾਂ ਨੂੰ ਬਹੁਤਾ ਮਹੱਤਵ ਨਹੀਂ ਦਿੰਦੇ। ਜਿੱਥੇ ਕੌਮਾ ਲਾਉਣਾ ਅਸੀਂ ਕੌਮਾ ਨਹੀਂ ਲਾਉਂਦੇ, ਜਿੱਥੇ ਵਿਚਾਰ ਖਤਮ ਹੋ ਗਿਆ ਅਸੀਂ ਡੰਡੀ ਨਹੀਂ ਲਾਉਂਦੇ। ਤਾਂ ਇਸ ਦੇ ਨਾਲ ਸਾਡੀ ਅੱਗੜ ਦੁਗੜੀ ਸ਼ਖਸੀਅਤ ਦਾ ਦੂਸਰੇ ਤੇ ਪ੍ਰਭਾਵ ਪੈਂਦਾ ਹੈ। ਤਾਂ ਸਹੀ ਪ੍ਰਭਾਵ ਪਾਉਣ ਦੇ ਲਈ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਹੈ। ਜੇ ਅਸੀਂ ਇਹਨਾਂ ਦੀ ਸਹੀ ਵਰਤੋਂ ਨਹੀਂ ਕਰਦੇ ਤਾਂ ਗੱਲਬਾਤ ਦੇ ਅਰਥਾਂ ਦੇ ਵਿੱਚ ਬਹੁਤ ਬਦਲਾਵ ਆ ਜਾਂਦਾ ਹੈ, ਬਹੁਤ ਸਾਰਾ ਫਰਕ ਪੈ ਜਾਂਦਾ ਹੈ। ਉਸ ਤੋਂ ਬਾਅਦ ਬੇਟਾ ਲੇਖ ਹੈ ਜਿਹੜਾ ਉਹ ਤੁਸੀਂ ਇਹ ਜ਼ਰੂਰ ਦੇਖਣਾ ਹੈ ਪ੍ਰੀਖਿਆ ਦੇ ਵਿੱਚ ਕਿ ਉਹ ਕਿੰਨੇ ਨੰਬਰ ਦਾ ਹੈ। ਉਸ ਨੰਬਰ ਦੇ ਆਧਾਰ ਤੇ ਹੀ ਅਸੀਂ ਲੇਖ ਦੀ ਲੰਬਾਈ ਹੈ ਜਿਹੜੀ ਉਹ ਨਿਸ਼ਚਿਤ ਕਰਦੇ ਹਾਂ। ਜੇ 5 ਨੰਬਰ ਦਾ ਲੇਖ ਪੁੱਛਿਆ ਜਾਂਦਾ ਹੈ ਤਾਂ ਅਸੀਂ ਲੇਖ ਦਾ ਆਕਾਰ ਥੋੜਾ ਜਿਹਾ ਛੋਟਾ ਰੱਖਾਂਗੇ। 10 ਨੰਬਰ ਦਾ ਪੁੱਛਿਆ ਜਾਂਦਾ ਹੈ ਤਾਂ ਵੱਡਾ, 15 ਨੰਬਰ ਦਾ ਪੁੱਛਿਆ ਜਾਂਦਾ ਹੈ ਤਾਂ ਉਸ ਤੋਂ ਵੀ ਵੱਡਾ। ਤਾਂ ਨੰਬਰਾਂ ਦੇ ਆਧਾਰ ਤੇ ਹੀ ਅਸੀਂ ਲੇਖ ਦੀ ਲੰਬਾਈ ਹੈ ਜਿਹੜੀ ਉਹ ਨਿਸ਼ਚਿਤ ਕਰਦੇ ਹਾਂ। ਇਸ ਤੋਂ ਇਲਾਵਾ ਕਈ ਵਾਰ ਉੱਤੇ ਸ਼ਬਦਾਂ ਦੀ ਗਿਣਤੀ ਵੀ ਦਿੱਤੀ ਹੁੰਦੀ ਹੈ ਕਿ ਲੇਖ ਲਿਖੋ ਪਰ ਉਸਦੇ ਸ਼ਬਦ ਹੈ ਜਿਹੜੇ ਉਹ ਇੰਨੇ ਹੀ ਹੋਣੇ ਚਾਹੀਦੇ ਹੈ, 200 250 ਤੱਕ। ਤਾਂ ਅਸੀਂ ਉਨੇ ਕੁ ਸ਼ਬਦ ਹੈ ਜਿਹੜੇ ਉਹ ਹੀ ਲਿਖਣੇ ਹੈ। ਬਹੁਤਾ ਜ਼ਿਆਦਾ ਵਿਸਥਾਰ ਜਾਂ ਬਹੁਤੀ ਸੰਖੇਪਤਾ ਹੈ ਜਿਹੜੀ ਉਹ ਚੰਗੀ ਨਹੀਂ। ਤਾਂ ਜਿੰਨਾ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਤੁਸੀਂ ਓਨਾ ਹੀ ਲਿਖੋ। ਬੇਮਤਲਬ ਦੀਆਂ ਗੱਲਾਂ ਜਿਹੜੀਆਂ ਉਹਨਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਤੇ ਲੇਖ ਹੈ ਬੇਟਾ ਉਹਨੂੰ ਇਹ ਨਹੀਂ ਕਿ ਤੁਸੀਂ ਲੇਖ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ, ਰੱਟੇ ਮਾਰਨੇ ਸ਼ੁਰੂ ਕਰ ਦਿਓ। ਲੇਖ ਹੈ ਜਿਹੜਾ ਉਹ ਅਸੀਂ ਰੱਟੇ ਨਹੀਂ ਮਾਰਨੇ, ਇਸ ਤਰ੍ਹਾਂ ਨਾਲ ਯਾਦ ਨਹੀਂ ਕਰਨਾ। ਜੇ ਕਿਸੇ ਵਿਸ਼ੇ ਬਾਰੇ ਸਾਡੇ ਮਨ ਦੇ ਵਿੱਚ ਸਪਸ਼ਟਤਾ ਹੈ, ਸਾਨੂੰ ਉਹਦੇ ਬਾਰੇ ਗਿਆਨ ਹੈ, ਤਾਂ ਸਾਨੂੰ ਰੱਟੇ ਮਾਰਨ ਦੀ ਲੋੜ ਨਹੀਂ ਪੈਂਦੀ। ਸਿਰਫ ਅਸੀਂ ਆਪਣੇ ਵਿਚਾਰਾਂ ਨੂੰ ਇੱਕ ਤਰਤੀਬ ਦੇਣੀ ਹੈ ਤੇ ਉਸ ਤਰਤੀਬ ਦੇ ਰਾਹੀਂ ਹੀ ਅਸੀਂ ਬਹੁਤ ਵਧੀਆ ਲੇਖ ਹੈ ਜਿਹੜਾ ਉਹ ਲਿਖ ਸਕਦੇ ਹਾਂ। ਤਾਂ ਇਹ ਲੇਖ ਹੈ ਬੇਟੇ ਜਿਹੜੇ ਉਹ ਕਿਸੇ ਤਰ੍ਹਾਂ ਦੀ ਯਾਤਰਾ ਬਾਰੇ ਜਾਂ ਕਿਸੇ ਵਿਅਕਤੀ ਦੇ ਉੱਤੇ, ਕਿਸੇ ਗੁਰੂ ਦੇ ਉੱਤੇ ਹੋ ਸਕਦੇ ਹੈ, ਜਾਂ ਇਹ ਕਿਸੇ ਇੱਕ ਵਿਚਾਰ ਦੇ ਉੱਤੇ ਹੋ ਸਕਦੇ ਹੈ, ਜਾਂ ਕਿਸੇ ਦ੍ਰਿਸ਼ ਤੇ ਹੋ ਸਕਦੇ ਹੈ। ਤਾਂ ਲੇਖ ਹੈ ਜਿਹੜੀ ਉਹ ਬਹੁਤ ਤਰ੍ਹਾਂ ਦੇ ਹੁੰਦੇ ਹੈ। ਤੁਸੀਂ ਕੋਸ਼ਿਸ਼ ਇਹ ਕਰੋ ਕਿ ਇਸ ਤਰ੍ਹਾਂ ਦੇ ਜਿਹੜੇ ਵੱਡੇ ਪ੍ਰਸ਼ਨ ਹੁੰਦੇ ਹੈ ਉਹਨੂੰ ਪੇਪਰ ਦੇ ਵਿੱਚ ਅਖੀਰ ਤੇ ਕਰੋ,
ਕਿਉਂਕਿ ਅਖੀਰ ਤੇ ਜਦੋਂ ਅਸੀਂ ਇਸ ਤਰ੍ਹਾਂ ਦਾ ਵੱਡਾ ਪ੍ਰਸ਼ਨ ਹੈ ਜਿਹੜਾ ਉਹ ਹੱਲ ਕਰਦੇ ਹਾਂ ਤਾਂ ਸਾਨੂੰ ਸਮਾਂ ਖਤਮ ਹੋਣ ਦੀ ਚਿੰਤਾ ਨਹੀਂ ਰਹਿੰਦੀ। ਅਸੀਂ ਆਪਣੇ ਹਿਸਾਬ ਦੇ ਨਾਲ ਇਸ ਨੂੰ ਹੱਲ ਕਰ ਸਕਦੇ ਹਾਂ। ਕੋਸ਼ਿਸ਼ ਕਰੋ ਕਿ ਲਿਖਦੇ ਸਮੇਂ ਬਹੁਤੀ ਕਟਾਵੱਡੀ ਨਾ ਹੋਵੇ, ਕਿਉਂਕਿ ਫਿਰ ਲਿਖਤ ਹੈ ਜਿਹੜੀ ਉਹ ਸੁੰਦਰ ਨਹੀਂ ਲੱਗਦੀ। ਜੇ ਸਮਾਂ ਹੋਵੇ ਤਾਂ ਲੇਖ ਲਿਖਣ ਤੋਂ ਬਾਅਦ ਇੱਕ ਵਾਰ ਉਸ ਨੂੰ ਪੜ੍ਹ ਜ਼ਰੂਰ ਲੈਣਾ ਚਾਹੀਦਾ ਹੈ। ਉਹਦੇ ਨਾਲ ਅਸੀਂ ਆਪਣੀਆਂ ਬਹੁਤੀਆਂ ਗਲਤੀਆਂ ਆਪ ਹੀ ਠੀਕ ਕਰ ਲੈਂਦੇ ਹਾਂ। ਤਾਂ ਜੇ ਅਸੀਂ ਬੇਟਾ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਕੋਈ ਵੀ ਲੇਖ ਪੇਪਰ ਦੇ ਵਿੱਚ ਲਿਖੀਏ ਤਾਂ ਸਾਡਾ ਲੇਖ ਬਹੁਤ ਹੀ ਪ੍ਰਭਾਵਸ਼ਾਲੀ ਹੋਵੇਗਾ ਤੇ ਸਾਨੂੰ ਉਹਦੇ ਵਿੱਚੋਂ ਬਹੁਤ ਸੋਹਣੇ ਨੰਬਰ ਮਿਲਣਗੇ। ਖੇਡਾਂ ਦੀ ਮਹੱਤਤਾ। ਬੱਚਿਓ, ਖੇਡਾਂ ਦਾ ਮਨੁੱਖੀ ਜੀਵਨ ਦੇ ਵਿੱਚ ਬਹੁਤ ਹੀ ਮਹੱਤਵ ਹੈ। ਜਨਮ ਤੋਂ ਬਾਅਦ ਬੱਚਾ ਆਪ ਮੁਹਾਰੇ ਹੀ ਇਹ ਪ੍ਰਕਿਰਿਆ ਕਰਨ ਲੱਗ ਪੈਂਦਾ ਹੈ। ਜਦੋਂ ਉਹ ਹਾਲੇ ਤੁਰਨਾ ਵੀ ਨਹੀਂ ਜਾਣਦਾ, ਬਿਸਤਰ ਤੇ ਪਿਆ ਹੀ ਲੱਤਾਂ ਬਾਹਾਂ ਮਾਰ ਕੇ ਖੇਡਦਾ ਰਹਿੰਦਾ ਹੈ। ਸਿਆਣੇ ਅਕਸਰ ਕਹਿੰਦੇ ਨੇ ਕਿ ਜਿਹੜਾ ਬੱਚਾ ਇਸ ਤਰ੍ਹਾਂ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ, ਉਹ ਜ਼ਿਆਦਾ ਤੰਦਰੁਸਤ ਵੀ ਹੁੰਦਾ ਹੈ। ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਹੈ ਤਾਂ ਆਪਣੇ ਆਲੇ ਦੁਆਲੇ ਆਂਢ ਗੁਆਂਢ ਦੇ ਵਿੱਚ ਦੋਸਤ ਬਣਾਉਂਦਾ ਹੈ, ਉਹਨਾਂ ਨਾਲ ਖੇਡਦਾ ਹੈ ਤੇ ਜਦੋਂ ਸਕੂਲ ਚਲਾ ਜਾਂਦਾ ਹੈ ਤਾਂ ਆਪਣੇ ਸਹਿਪਾਠੀਆਂ ਦੇ ਨਾਲ ਖੇਡਾਂ ਦਾ ਆਨੰਦ ਲੈਂਦਾ ਹੈ। ਪਰ ਅੱਜ ਕੱਲ੍ਹ ਅਸੀਂ ਬਾਹਰ ਜਾ ਕੇ ਖੇਡਣ ਨਾਲੋਂ ਘਰ ਬੈਠੇ ਬੈਠੇ ਕੰਪਿਊਟਰ ਤੇ ਗੇਮਾਂ ਖੇਡਣੀਆਂ ਜ਼ਿਆਦਾ ਪਸੰਦ ਕਰਨ ਲੱਗੇ ਹਾਂ। ਬੱਚਿਓ, ਇਹਨਾਂ ਨੂੰ ਅਸੀਂ ਖੇਡਾਂ ਨਹੀਂ ਆਖਦੇ। ਖੇਡਾਂ ਅਸਲ ਦੇ ਵਿੱਚ ਬਾਹਰ ਖੇਡ ਦੇ ਮੈਦਾਨ ਦੇ ਵਿੱਚ ਖੇਡੀਆਂ ਜਾਂਦੀਆਂ ਨੇ। ਖੇਡ ਦੇ ਮੈਦਾਨ ਵਿੱਚ ਖੇਡੀਆਂ ਜਾਣ ਵਾਲੀਆਂ ਖੇਡਾਂ ਸਾਡੇ ਸਰੀਰ ਨੂੰ ਤੇ ਮਨ ਨੂੰ ਦੋਹਾਂ ਨੂੰ ਹੀ ਨਿਰੋਗ ਰੱਖਦੀਆਂ ਨੇ। ਇਹਨਾਂ ਖੇਡਾਂ ਦਾ ਬਹੁਤ ਹੀ ਜ਼ਿਆਦਾ ਸਰੀਰ ਨੂੰ ਤੇ ਸਾਡੇ ਮਨ ਨੂੰ ਲਾਭ ਹੁੰਦਾ ਹੈ। ਜਿਹੜੇ ਵਿਦਿਆਰਥੀ ਖੇਡਾਂ ਦੇ ਮਹੱਤਵ ਨੂੰ ਸਮਝਦੇ ਹੈ, ਉਹ ਪੜ੍ਹਾਈ ਕਰਨ ਦੇ ਨਾਲ ਨਾਲ ਖੇਡਾਂ ਦੇ ਲਈ ਵੀ ਆਪਣਾ ਸਮਾਂ ਜ਼ਰੂਰ ਕੱਢਦੇ ਹੈ, ਕਿਉਂਕਿ ਉਹ ਜਾਣਦੇ ਹੈ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਤਾਂ ਹੀ ਪੜ੍ਹ ਸਕਦੇ ਹਾਂ ਜੇਕਰ ਸਾਡਾ ਸਰੀਰ ਤੰਦਰੁਸਤ ਹੋਵੇਗਾ ਤੇ ਸਰੀਰ ਹਮੇਸ਼ਾ ਕੋਈ ਨਾ ਕੋਈ ਕਿਰਿਆ ਕਰਦਿਆਂ ਹੀ ਤੰਦਰੁਸਤ ਰਹਿੰਦਾ ਹੈ। ਤਾਂ ਇਹ ਸਾਰੀ ਸਾਡੇ ਖੇਡਾਂ ਦੀ ਮਹੱਤਤਾ ਹੈ, ਜਿਸ ਨੂੰ ਅਸੀਂ ਇਸ ਲੇਖ ਦੇ ਵਿੱਚ ਬਿਆਨ ਕਰਨਾ ਹੈ। ਤਾਂ ਇਹ ਬਿਆਨ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ, ਆਪਣੀ ਸ਼ਬਦਾਵਲੀ ਦੇ ਵਿੱਚ ਕਰ ਸਕਦੇ ਹੋ। ਅਸੀਂ ਇਸ ਲੈਕਚਰ ਦੇ ਵਿੱਚ ਸਿਰਫ ਇਹ ਚਰਚਾ ਕਰਾਂਗੇ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਕਿਸ ਤਰ੍ਹਾਂ ਨਾਲ ਤਰਤੀਬ ਦੇ ਸਕਦੇ ਹੋ, ਕਿਸ ਤਰ੍ਹਾਂ ਨਾਲ ਤੁਹਾਡੇ ਵਿਚਾਰ ਇਸ ਲੇਖ ਦੇ ਵਿੱਚ ਪੇਸ਼ ਕੀਤੇ ਹੋਣ, ਜਿਸ ਦੇ ਨਾਲ ਲੇਖ ਬਹੁਤ ਜ਼ਿਆਦਾ ਪ੍ਰਭਾਵਸ਼ਾਲੀ ਬਣ ਜਾਵੇ। ਤਾਂ ਜਦੋਂ ਅਸੀਂ ਇਹ ਲੇਖ ਖੇਡਾਂ ਦੀ ਮਹੱਤਤਾ ਸ਼ੁਰੂ ਕਰਨਾ ਹੈ ਤਾਂ ਸਭ ਤੋਂ ਪਹਿਲਾਂ, ਜਿਵੇਂ ਮੈਂ ਤੁਹਾਨੂੰ ਦੱਸ ਚੁੱਕੀ ਹਾਂ, ਅਸੀਂ ਭੂਮਿਕਾ ਬੰਨਣੀ ਹੈ। ਤਾਂ ਭੂਮਿਕਾ ਦੇ ਵਿੱਚ ਇਸ ਲੇਖ ਦੇ ਵਿੱਚ ਅਸੀਂ ਕੀ ਲਿਖ ਸਕਦੇ ਹਾਂ? ਖੇਡਾਂ ਮਨੁੱਖੀ ਜੀਵਨ ਦਾ ਇੱਕ ਜ਼ਰੂਰੀ ਅੰਗ ਹਨ। ਜਿਵੇਂ ਮਨੁੱਖ ਦੇ ਜਿਉਣ ਲਈ ਹਵਾ, ਪਾਣੀ ਅਤੇ ਖੁਰਾਕ ਦੀ ਲੋੜ ਹੈ, ਇਸੇ ਤਰ੍ਹਾਂ ਸਰੀਰਕ ਅਰੋਗਤਾ ਲਈ ਖੇਡਾਂ ਦੀ ਲੋੜ ਹੁੰਦੀ ਹੈ। ਵਿਦਿਆਰਥੀ ਜੀਵਨ ਵਿੱਚ ਪੜ੍ਹਾਈ ਅਤੇ ਖੇਡਾਂ ਦੋਹਾਂ ਦੀ ਸਮਾਨ ਜ਼ਰੂਰਤ ਹੈ। ਤਾਂ ਬੱਚਿਓ, ਇਹ ਸਾਡੀ ਭੂਮਿਕਾ ਦੇ ਸ਼ਬਦ ਨੇ। ਤੁਸੀਂ ਖੇਡਾਂ ਦਾ ਮਹੱਤਵ ਦੱਸਦੇ ਹੋਏ ਭੂਮਿਕਾ ਦੇ ਵਿੱਚ ਖੇਡਾਂ ਦਾ ਵਰਣਨ ਕਰਨਾ। ਉਸ ਤੋਂ ਬਾਅਦ ਅਸੀਂ ਇੱਕ ਤਰਤੀਬ ਦੇ ਵਿੱਚ ਖੇਡਾਂ ਦੇ ਮਹੱਤਵ ਨੂੰ ਦੱਸਣਾ।
ਸਭ ਤੋਂ ਪਹਿਲਾਂ ਅਸੀਂ ਸਰੀਰਕ ਤੌਰ ਤੇ ਖੇਡਾਂ ਦੇ ਜੋ ਲਾਭ ਨੇ ਉਹਨਾਂ ਦਾ ਬਿਆਨ ਕਰਾਂਗੇ। ਇਹ ਤੁਸੀਂ ਸਿਰਲੇਖ ਬਣਾ ਕੇ ਵੀ ਲਿਖ ਸਕਦੇ ਹੋ ਤੇ ਇਸ ਨੂੰ ਤੁਸੀਂ ਪੈਰਿਆਂ ਦੇ ਵਿੱਚ ਵੀ ਲਿਖ ਸਕਦੇ ਹੋ। ਖੇਡਾਂ ਸਰੀਰ ਨੂੰ ਅਰੋਗ ਅਤੇ ਤਕੜਾ ਰੱਖਣ ਲਈ ਆਪਣਾ ਮਹੱਤਵਪੂਰਨ ਹਿੱਸਾ ਪਾਉਂਦੀਆਂ ਹਨ। ਖੇਡਾਂ ਖੇਡਣ ਨਾਲ ਸਰੀਰ ਵਿੱਚ ਖੂਨ ਦਾ ਦੌਰਾ ਤੇਜ਼ ਹੁੰਦਾ ਹੈ, ਫੇਫੜਿਆਂ ਨੂੰ ਤਾਜ਼ੀ ਹਵਾ ਮਿਲਣ ਨਾਲ ਪਾਚਨ ਸ਼ਕਤੀ ਤੇਜ਼ ਹੁੰਦੀ ਹੈ, ਖੂਨ ਸਾਫ਼ ਹੁੰਦਾ ਹੈ। ਇਸ ਨਾਲ ਕੋਈ ਬਿਮਾਰੀ ਉਹਨਾਂ ਦੇ ਨੇੜੇ ਨਹੀਂ ਢੁਕਦੀ। ਤਾਂ ਇਹ ਬੱਚਿਓ ਸਾਡੇ ਸਰੀਰ ਦੇ ਲਈ ਖੇਡਾਂ ਦੇ ਕੁਝ ਲਾਭ ਨੇ। ਇਸ ਤੋਂ ਇਲਾਵਾ ਤੁਸੀਂ ਆਪਣੇ ਵੱਲੋਂ ਸਰੀਰ ਦੇ ਲਈ ਖੇਡਾਂ ਦੇ ਕੀ ਲਾਭ ਹੋ ਸਕਦੇ ਹੈ ਲਿਖ ਸਕਦੇ ਹੋ। ਜ਼ਰੂਰੀ ਨਹੀਂ ਕਿ ਖੇਡਾਂ ਦੇ ਸਿਰਫ ਇਹੀ ਲਾਭ ਨੇ। ਤੁਸੀਂ ਆਪਣੀ ਕਲਪਨਾ ਸ਼ਕਤੀ ਤੇ ਆਪਣੀ ਸਮਝ ਦੇ ਆਧਾਰ ਤੇ ਇਸ ਵਰਣਨ ਦੇ ਵਿੱਚ ਵਿਸਥਾਰ ਲਿਆ ਸਕਦੇ ਹੋ। ਤਾਂ ਸਰੀਰਕ ਲਾਭ ਤੋਂ ਬਿਨਾਂ ਅਸੀਂ ਅੱਗੇ ਮਾਨਸਿਕ ਤੌਰ ਤੇ ਖੇਡਾਂ ਦੇ ਇੱਕ ਵਿਦਿਆਰਥੀ ਦੇ ਲਈ ਕੀ ਲਾਭ ਨੇ ਉਹਨਾਂ ਦਾ ਵਰਣਨ ਕਰਾਂਗੇ। ਤਾਂ ਇਸ ਦੇ ਵਿੱਚ ਅਸੀਂ ਕੀ ਲਿਖ ਸਕਦੇ ਹਾਂ? ਇੱਕ ਅਰੋਗ ਸਰੀਰ ਵਿੱਚ ਹੀ ਇੱਕ ਅਰੋਗ ਦਿਮਾਗ ਰਹਿ ਸਕਦਾ ਹੈ। ਖੇਡਾਂ ਖੇਡਣ ਨਾਲ ਦਿਮਾਗ ਦੀ ਯਾਦ ਸ਼ਕਤੀ ਵੱਧਦੀ ਹੈ ਅਤੇ ਦਿਮਾਗ ਤਾਜ਼ਾ ਅਤੇ ਚੁਸਤ ਰਹਿੰਦਾ ਹੈ। ਜਿਹੜਾ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਲਈ ਵੀ ਸਮਾਂ ਕੱਢਦਾ ਹੈ, ਉਹ ਖੂਬ ਤਰੱਕੀ ਕਰਦਾ ਹੈ। ਤਾਂ ਬੱਚਿਓ, ਇਹ ਸਾਡੇ ਮਨ ਦੇ ਲਈ ਖੇਡਾਂ ਦੇ ਲਾਭ ਨੇ। ਭਾਵ ਖੇਡਾਂ ਸਿਰਫ ਸਾਡੇ ਸਰੀਰ ਨੂੰ ਹੀ ਤੰਦਰੁਸਤ ਨਹੀਂ ਰੱਖਦੀਆਂ, ਖੇਡਾਂ ਸਾਡੇ ਮਨ ਨੂੰ ਵੀ ਤੰਦਰੁਸਤ ਰੱਖਦੀਆਂ ਨੇ ਤੇ ਮਨ ਦਾ ਤੇ ਸਰੀਰ ਦਾ ਇੱਕ ਦੂਸਰੇ ਦੇ ਨਾਲ ਡੂੰਘਾ ਸੰਬੰਧ ਹੈ। ਜੇਕਰ ਸਰੀਰ ਤੰਦਰੁਸਤ ਹੈ ਤਾਂ ਮਨ ਵੀ ਖੁਸ਼ ਹੈ, ਮਨ ਵੀ ਤੰਦਰੁਸਤ ਹੈ। ਤੇ ਜੇਕਰ ਸਰੀਰਕ ਤੌਰ ਤੇ ਸਾਨੂੰ ਕੋਈ ਬਿਮਾਰੀ ਹੈ ਤਾਂ ਸਾਡਾ ਮਨ ਹੈ ਜਿਹੜਾ ਉਹ ਆਪਣੇ ਆਪ ਹੀ ਬਿਮਾਰ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਅਸੀਂ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਨੂੰ ਖੇਡਾਂ ਦੇ ਕੀ ਲਾਭ ਹੈ ਇਸ ਲੇਖ ਦੇ ਵਿੱਚ ਉਹ ਵੀ ਵਰਣਨ ਕਰ ਸਕਦੇ ਹਾਂ। ਤਾਂ ਸਰੀਰਕ ਤੇ ਮਾਨਸਿਕ ਲਾਭ ਤੋਂ ਇਲਾਵਾ ਖੇਡਾਂ ਦੇ ਹੋਰ ਵੀ ਕੋਈ ਲਾਭ ਹੋ ਸਕਦੇ ਆ। ਤਾਂ ਆਓ ਹੋਰ ਵੀ ਜਿਹੜੇ ਦੂਸਰੇ ਲਾਭ ਨੇ ਉਹਨਾਂ ਦੀ ਇਸ ਲੇਖ ਦੇ ਵਿੱਚ ਗੱਲ ਕਰਦੇ ਹਾਂ। ਖੇਡਦੇ ਸਮੇਂ ਅਸੀਂ ਇੱਕ ਦੂਜੇ ਦੀ ਸਹਾਇਤਾ ਕਰਦੇ ਹਾਂ, ਕਿਸੇ ਨਾਲ ਚੰਗਾ ਵਿਵਹਾਰ ਕਰਦੇ ਹਾਂ, ਕਿਸੇ ਨਾਲ ਵਧੀਕੀ ਕਰਨ ਤੇ ਮਾਫੀ ਵੀ ਮੰਗ ਲੈਂਦੇ ਹਾਂ, ਕਿਸੇ ਨਾਲ ਧੋਖਾ ਨਹੀਂ ਕਰਦੇ। ਆਪਣੇ ਕਪਤਾਨ ਦਾ ਕਹਿਣਾ ਖਿੜੇ ਮੱਥੇ ਮੰਨਦੇ ਹਾਂ, ਜਿੱਤਾਂ ਜਿੱਤਣ ਲਈ ਜ਼ੋਰ ਲਾਉਂਦੇ ਹਾਂ, ਖੇਡਾਂ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ। ਇਹ ਸਭ ਗੱਲਾਂ ਆਚਰਣ ਉਸਾਰੀ ਦੇ ਹੀ ਗੁਣ ਹਨ। ਤਾਂ ਬੱਚਿਓ, ਇਹ ਖੇਡਾਂ ਖੇਡਣ ਦੇ ਅਜਿਹੇ ਲਾਭ ਹੈ ਜਿਨ੍ਹਾਂ ਦਾ ਸਾਨੂੰ ਸਿੱਧੇ ਤੌਰ ਤੇ ਪਤਾ ਨਹੀਂ ਲੱਗਦਾ। ਇਹ ਹੌਲੀ-ਹੌਲੀ ਸਾਡੇ ਸੁਭਾਅ ਦਾ ਅੰਗ ਬਣ ਜਾਂਦੇ ਹੈ, ਸਾਡੇ ਸੁਭਾਅ ਦਾ ਹਿੱਸਾ ਬਣ ਜਾਂਦੇ ਹੈ ਤੇ ਇਹ ਜਿਹੜੇ ਗੁਣ ਨੇ ਸਾਰੀ ਜ਼ਿੰਦਗੀ ਸਾਡੇ ਕੰਮ ਆਉਂਦੇ ਹੈ, ਕਿਉਂਕਿ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ ਤੇ ਆਸੇ-ਪਾਸੇ ਦੇ ਲੋਕਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਦੇ ਹਾਂ ਉਹਦੇ ਆਧਾਰ ਤੇ ਸਾਡੀ ਜ਼ਿੰਦਗੀ ਹੈ ਜਿਹੜੀ ਉਸ ਦੇ ਵਿੱਚ ਖੁਸ਼ੀਆਂ ਜਾਂ ਦੁੱਖ ਹੋ ਸਕਦੇ ਹੈ। ਤਾਂ ਖੇਡਾਂ ਸਾਨੂੰ
ਅਜਿਹੇ ਕੁਝ ਗੁਣਾਂ ਬਾਰੇ ਦੱਸਦੀਆਂ ਨੇ, ਸਾਡੇ ਅੰਦਰ ਅਜਿਹੇ ਗੁਣ ਪੈਦਾ ਕਰਦੀਆਂ ਨੇ ਜਿਸ ਦੇ ਨਾਲ ਸਾਨੂੰ ਦੂਜਿਆਂ ਦੇ ਨਾਲ ਕਿਸ ਤਰ੍ਹਾਂ ਵਿਵਹਾਰ ਕਰਨਾ ਹੈ ਜਾਂ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਉਹ ਵੀ ਆ ਜਾਂਦਾ ਹੈ। ਤਾਂ ਬੱਚਿਓ, ਇਸ ਤੋਂ ਇਲਾਵਾ ਹੋਰ ਖੇਡਾਂ ਦੇ ਕੀ ਲਾਭ ਹੋ ਸਕਦੇ ਆ? ਖੇਡਾਂ ਖੇਡਦੇ ਸਮੇਂ ਸਾਡੇ ਮਨ ਵਿੱਚ ਜਿੱਤ ਦੀ ਆਸ ਹੁੰਦੀ ਹੈ। ਕਦੀ ਹਾਰ ਜਾਣ ਤੇ ਵੀ ਅਸੀਂ ਜਿੱਤ ਦੀ ਆਸ ਨਹੀਂ ਛੱਡਦੇ। ਇਸ ਤਰ੍ਹਾਂ ਇਹ ਜਿੱਤ ਦੀ ਆਸ ਸਾਨੂੰ ਜ਼ਿੰਦਗੀ ਵਿੱਚ ਆਸ਼ਾਵਾਦੀ ਬਣਨ ਵਿੱਚ ਸਹਾਇਤਾ ਕਰਦੀ ਹੈ। ਤਾਂ ਇਹ ਖੇਡਾਂ ਦੁਆਰਾ ਸਾਡੇ ਵਿੱਚ ਪੈਦਾ ਕੀਤਾ ਜਾਣ ਵਾਲਾ ਬਹੁਤ ਹੀ ਵਧੀਆ ਗੁਣ ਹੈ। ਉਹ ਹੈ ਹਮੇਸ਼ਾ ਆਸ਼ਾਵਾਦੀ ਰਹਿਣਾ, ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣਾ। ਜੇ ਸਾਡੇ ਮਨ ਦੇ ਵਿੱਚ ਆਸ਼ਾ ਹੋਊਗੀ ਤਾਂ ਅਸੀਂ ਆਪਣੇ ਆਪ ਹੀ ਹਮੇਸ਼ਾ ਖੁਸ਼ ਰਹਾਂਗੇ। ਕੋਈ ਕੰਮ ਨਾ ਹੋਣ ਤੇ ਵੀ ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਨਵੇਂ ਸਿਰੇ ਤੋਂ ਫਿਰ ਤੋਂ ਉਹ ਕੰਮ ਸ਼ੁਰੂ ਕਰਨ ਦੀ ਤਿਆਰੀ ਕਰ ਲੈਂਦੇ ਹਾਂ। ਤਾਂ ਬੱਚਿਓ, ਖੇਡਾਂ ਸਾਨੂੰ ਆਸ਼ਾਵਾਦੀ ਬਣਨਾ ਸਿਖਾਉਂਦੀਆਂ, ਜਿਸ ਦੇ ਨਾਲ ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਆਪਣੇ ਆਪ ਹੀ ਹੱਲ ਹੋਣ ਲੱਗ ਪੈਂਦੀਆਂ ਨੇ। ਤਾਂ ਬੱਚਿਓ, ਇਹ ਖੇਡਾਂ ਦੇ ਕੁਝ ਲਾਭ ਸੀ ਜਿਹੜੇ ਸਾਡੇ ਸਰੀਰ ਦੇ ਨਾਲ ਸੰਬੰਧਿਤ, ਸਾਡੇ ਮਨ ਦੇ ਨਾਲ ਸੰਬੰਧਿਤ, ਸਾਡੀਆਂ ਭਾਵਨਾਵਾਂ ਦੇ ਨਾਲ ਸੰਬੰਧਿਤ ਸੀ। ਤੁਸੀਂ ਆਪਣੀ ਸੋਚ ਸਮਝ ਦੇ ਆਧਾਰ ਤੇ, ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ, ਆਪ ਵੀ ਇਸ ਲੇਖ ਦੇ ਵਿੱਚ ਆਪਣੇ ਵੱਲੋਂ ਹੋਰ ਕੁਝ ਜ਼ਰੂਰ ਲਿਖ ਸਕਦੇ ਹੋ, ਕਿਉਂਕਿ ਤੁਹਾਡੀ ਸਮਝ ਹੁਣ ਪਕੇਰੀ ਹੋ ਰਹੀ ਹੈ, ਤੁਹਾਡੇ ਕੋਲ ਅਥਾਹ ਵਿਚਾਰ ਨੇ। ਤਾਂ ਤੁਸੀਂ ਆਪਣੇ ਵਿਚਾਰ ਹੈ ਜਿਹੜੇ ਉਹ ਆਪ ਮੌਲਿਕ ਢੰਗ ਦੇ ਨਾਲ ਲੇਖ ਦੇ ਵਿੱਚ ਪੇਸ਼ ਕਰੋ, ਤਾਂ ਤੁਹਾਨੂੰ ਲੇਖ ਦੇ ਵਧੇਰੇ ਨੰਬਰ ਮਿਲਣਗੇ ਤੇ ਲੇਖ ਤੁਹਾਡਾ ਬਹੁਤ ਹੀ ਵਧੀਆ ਤਰ੍ਹਾਂ ਦੇ ਨਾਲ ਰਚਿਆ ਜਾਊਗਾ। ਇਹ ਮੈਂ ਤੁਹਾਨੂੰ ਸਿਰਫ ਇੱਕ ਤਰ੍ਹਾਂ ਦੀ ਮਦਦ ਦੇ ਰਹੀ ਹਾਂ ਕਿ ਤੁਸੀਂ ਆਪਣੇ ਵਿਚਾਰਾਂ ਨੂੰ ਇਸ ਤਰ੍ਹਾਂ ਦੇ ਨਾਲ ਬੰਨ੍ਹ ਕੇ ਇਸ ਲੇਖ ਦੇ ਵਿੱਚ ਪੇਸ਼ ਕਰ ਸਕਦੇ ਹੋ। ਤਾਂ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਅਖੀਰ ਤੇ ਅਸੀਂ ਲੇਖ ਦਾ ਸਾਰਾਂਸ਼ ਦੱਸਣਾ ਹੁੰਦਾ, ਤਾਂ ਇਸ ਲੇਖ ਦਾ ਕੀ ਸਾਰਾਂਸ਼ ਹੋ ਸਕਦਾ ਹੈ? ਖੇਡਾਂ ਦੀ ਮਨੁੱਖੀ ਜੀਵਨ ਵਿੱਚ ਬਹੁਤ ਹੀ ਮਹਾਨਤਾ ਹੈ। ਇਸ ਲਈ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਜਿਹੜਾ ਮਨੁੱਖ ਖੇਡਾਂ ਦੇ ਇਸ ਮਹੱਤਵ ਨੂੰ ਪਛਾਣ ਲੈਂਦਾ ਹੈ, ਉਹ ਹਮੇਸ਼ਾ ਹੀ ਜ਼ਿੰਦਗੀ 'ਚ ਤੰਦਰੁਸਤ ਰਹਿੰਦਾ ਹੈ। ਤਾਂ ਬੱਚਿਓ, ਇਹ ਸਾਡਾ ਲੇਖ ਸੀ ਖੇਡਾਂ ਦੀ ਮਹੱਤਤਾ। ਖੇਡਾਂ ਮਨੁੱਖੀ ਜੀਵਨ ਦੇ ਵਿੱਚ ਬਹੁਤ ਮਹੱਤਵ ਰੱਖਦੀਆਂ ਨੇ, ਇਹ ਅਸੀਂ ਹੁਣ ਚੰਗੀ ਤਰ੍ਹਾਂ ਦੇ ਨਾਲ ਜਾਣ ਲਿਆ। ਖੇਡਾਂ ਨੂੰ ਅਸੀਂ ਕਿੱਤੇ ਦੇ ਤੌਰ ਤੇ ਵੀ ਅਪਣਾ ਸਕਦੇ ਹਾਂ। ਤੁਸੀਂ ਆਪਣੇ ਸੋਚ ਨੂੰ ਵਿਕਸਿਤ ਕਰਦੇ ਹੋਏ ਅੰਦਾਜ਼ਾ ਲਾਓ ਕਿ ਕਿੰਨੇ ਖਿਡਾਰੀ ਨੇ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੇ ਦੇਸ਼ ਦਾ, ਆਪਣੇ ਸ਼ਹਿਰ ਦਾ ਤੇ ਆਪਣੇ ਸਕੂਲ ਦਾ, ਮਾਤਾ-ਪਿਤਾ ਦਾ ਨਾਂ ਰੌਸ਼ਨ ਕੀਤਾ। ਤਾਂ ਉਹਨਾਂ ਖਿਡਾਰੀਆਂ ਦੇ ਵਾਂਗ ਜੇਕਰ ਅਸੀਂ ਵੀ ਮਨ ਲਾ ਕੇ ਖੇਡੀਏ, ਕੋਈ ਇੱਕ ਖੇਡ ਦੀ ਚੋਣ ਕਰੀਏ, ਸਕੂਲ ਪੱਧਰ ਤੇ ਖੇਡਣਾ ਸ਼ੁਰੂ ਕਰੀਏ, ਤਾਂ ਤੁਸੀਂ ਵੀ ਉਸ ਖੇਡ ਦੇ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕਰ ਸਕਦੇ ਹੋ।